Hi everyone, so I am Dipjot Kaur and these are my Balle Bolly shots. I am Dipjot Kaur, an artist, want to be a normal girl but somehow destiny matters and I pursue in acting. जब छोटी थी तो इट वाज़ वेरी क्लियर कि PCS का एग्ज़ाम क्लियर करूँगी, IAS ऑफिसर ही बनूँगी, उसके अलावा मैंने कभी कुछ सोचा नहीं. बट ऑल ऑफ सडन मेरी जर्नी मतलब इस लाइन में कैसे आ गई मुझे खुद पता नहीं चला. बट नाउ आई एम एन्जॉइंग अ लॉट and I was very active in school in curricular activities and was good in studies also undoubtedly. यूनिवर्सिटी तक तो मैं मतलब मेरिट लिस्ट में रही हूँ एंड बट यूनिवर्सिटी में मेरा काम कुछ लोगों को बहुत पसंद आया. आई वॉज इन टू थिएटर एंड मैंने 8-9 साल थिएटर करा है. इनफैक्ट पंजाब नाट्यशाला में भी परफॉर्म करा है एंड नेशनल लेवल के ऊपर भी परफॉर्म करा है. आई रिमेंबर 25th नेशनल फेस्ट था CU में एंड उन्होंने 25 साल में कभी भी बेस्ट एक्टर नहीं निकाला था. एंड द डे आई परफॉर्म्ड उस दिन रूल बुक में एक रूल ऐड हुआ था कि आज से बेस्ट एक्ट्रेस भी या बेस्ट एक्टर भी निकलेगा. सो दैट वाज माय वेरी प्राउड मोमेंट. बट तब तक मैंने कभी सोचा नहीं था कि मैं इस फील्ड में आऊँगी. कुछ डायरेक्टर्स को काम पसंद आया तो मेरे पास शॉर्ट मूवीज़ के ऑफर्स आने शुरू हो गए. देन उसके बाद जर्नी कंटिन्यूज. सो राइट नाउ आई एम एन आर्टिस्ट. आई थिंक ਜਦੋਂ ਮੈਂ ਘਰਦਿਆਂ ਨੂੰ ਕਿਹਾ ਸੀਗਾ ਕਿ +2 ਤੋਂ ਬਾਅਦ ਮੈਨੂੰ ਆਊਟ ਆਫ ਅੰਮ੍ਰਿਤਸਰ ਭੇਜ ਦਿਓ ਪੜ੍ਹਨ ਦੇ ਲਈ, ਬਟ ਦੇ ਇਨਸਿਸਟਡ ਮੀ ਕਿ ਨਹੀਂ ਤੂੰ ਅੰਮ੍ਰਿਤਸਰ ਦੇ ਵਿੱਚ ਰਹਿ ਕੇ GNDU ਜਾ ਕੇ ਪੜ੍ਹ ਉੱਥੇ ਬਿਕਾਜ਼ ਇਟਸ ਅ ਗੁੱਡ ਯੂਨੀਵਰਸਿਟੀ ਹੈ ਨਾ. ਐਂਡ ਉਸ ਦੇ ਨਾਲ ਦੇ वर ਲਾਈਕ ਕਿ ਤੈਨੂੰ ਬਹੁਤ ਸ਼ੌਂਕ ਐਕਟੀਵਿਟੀਜ਼ ਕਰਨ ਦਾ. ਸੋ ਉੱਥੇ ਬਹੁਤ ਸਾਰੇ ਫੰਕਸ਼ਨਸ ਹੁੰਦੇ ਨੇ, ਯੂਥ ਫੈਸਟ ਹੁੰਦੇ ਨੇ, ਜਸ਼ਨ ਹੁੰਦੇ ਨੇ ਐਂਡ ਆਈ ਐਗਰੀਡ ਬਿਕਾਜ਼ ਮੈਂ ਕੁਝ ਕਹਿ ਨਹੀਂ ਸੀ ਸਕਦੀ ਆਪਣੇ ਪੇਰੈਂਟਸ ਦੇ ਅਕੋਰਡਿੰਗ. ਮੈਂ ਬਹੁਤ ਛੋਟੀ ਸੀਗੀ ਉਦੋਂ. ਸੋ ਦੈਟ ਵਾਜ਼ ਦ ਟਰਨਿੰਗ ਪੁਆਇੰਟ ਬਿਕਾਜ਼ ਮੈਂ ਉਸ ਦਿਨ ਸੌਂ ਖਾਧੀ ਸੀਗੀ ਇੱਕ ਆਪਣੇ ਪੇਰੈਂਟਸ ਦੇ ਸਾਹਮਣੇ. ਆਈ ਵਾਜ਼ ਲਾਈਕ ਕਿ ਹੁਣ ਤੁਸੀਂ ਮੈਨੂੰ ਆਪਣੀ ਬੇਟੀ ਨਾਲ ਕਹਿਣਾ ਜੇ ਮੈਂ ਕੋਈ ਫੰਕਸ਼ਨ ਛੱਡ ਦਿੱਤਾ ਉੱਥੇ ਪਾਰਟੀਸਿਪੇਟ ਕਰਨ ਦੇ ਲਈ. ਐਂਡ ਜਦੋਂ ਮੈਂ ਯੂਨੀਵਰਸਿਟੀ ਗਈ ਤਾਂ ਮੈਨੂੰ ਕੁਛ ਨਹੀਂ ਸੀ ਪਤਾ ਕਿ ਉੱਥੇ ਯੂਥ ਫੈਸਟੀਵਲ ਦੇ ਵਿੱਚ ਅਗਰ ਅਸੀਂ ਪਾਰਟੀਸਿਪੇਟ ਕਰਨਾ ਆ ਤਾਂ ਕਿਵੇਂ ਕਰਨਾ ਆ, ਕੀ ਕ੍ਰਾਈਟੀਰੀਆਜ਼ ਨੇ. ਇਨਫੈਕਟ ਮੈਨੂੰ ਡੀਨ ਆਫਿਸ ਤੱਕ ਜਾਣ ਦੇ ਲਈ ਪਤਾ ਨਹੀਂ, ਰਸਤੇ ਦੇ ਵਿੱਚ 15-20 ਲੋਕਾਂ ਨੂੰ ਪੁੱਛਣਾ ਪਿਆ ਸੀਗਾ ਕਿ ਡੀਨ ਆਫਿਸ ਕਿੱਥੇ ਹੈ. ਐਂਡ ਦੈਨ ਫਾਈਨਲੀ ਮੈਨੂੰ ਜਦੋਂ ਡੀਨ ਆਫਿਸ ਮਿਲਿਆ ਮੈਂ ਉੱਥੇ ਫਾਰਮ ਵਗੈਰਾ ਭਰਿਆ ਅਤੇ ਮੈਂ ਥੀਏਟਰ ਦੇ ਵਿੱਚ ਪਾਰਟੀਸਿਪੇਟ ਕੀਤਾ. ਸੋ ਆਈ ਪਰਫਾਰਮਡ ਇਨ ਵਨ ਐਕਟ ਪਲੇ ਸਕਿਟ ਮਾਈਮ. ਉਹ ਜਿਹੜੇ ਡਾਇਰੈਕਟਰ ਸੀਗੇ ਜਿਨ੍ਹਾਂ ਨੇ ਉਹ ਪਲੇ ਨੂੰ ਡਾਇਰੈਕਟ ਕੀਤਾ ਸੀਗਾ, ਉਹਨਾਂ ਨੇ ਜਦੋਂ ਮੇਰਾ ਕੰਮ ਦੇਖਿਆ ਤਾਂ ਉਹਨਾਂ ਨੇ ਮੈਨੂੰ ਸ਼ਾਰਟ ਮੂਵੀਜ਼ ਆਫਰ ਕੀਤੀਆਂ. ਸੋ ਉਹ ਸ਼ਾਰਟ ਮੂਵੀ ਕਰਨ ਤੋਂ ਬਾਅਦ ਮੇਰੇ ਕੋਲ ਇੱਕ ਹੋਰ ਸ਼ਾਰਟ ਮੂਵੀ ਆਈ, ਉਹ ਕਰਨ ਤੋਂ ਬਾਅਦ ਇੱਕ ਹੋਰ ਆਈ. ਸੋ ਮੇਰੀ ਲਾਈਫ ਜਿਹੜੀ ਸੀਗੀ ਇੱਕ ਨਵਾਂ ਮੋੜ ਲੈਂਦੀ ਪਈ ਸੀਗੀ ਉਸ ਟਾਈਮ ਦੇ ਉੱਤੇ. ਬਟ ਮੈਨੂੰ ਇਸ ਚੀਜ਼ ਬਾਰੇ ਕੋਈ ਆਈਡੀਆ ਨਹੀਂ ਸੀਗਾ ਬਿਕਾਜ਼ ਮੈਨੂੰ ਆ ਸੀਗਾ ਕਿ ਠੀਕ ਆ ਮਤਲਬ ਸ਼ੌਂਕ ਦੇ ਲਈ ਮੈਂ ਕਰਦੀ ਜ਼ਰੂਰ ਪਈ ਹਾਂ ਬਟ ਦਿਸ ਇਜ਼ ਨਾਟ ਗੋਨਾ ਬੀ ਮਾਈ ਕੈਰੀਅਰ ਹੈ ਨਾ. ਅਤੇ ਬਟ ਦੈਟ ਵਾਜ਼ ਅ ਟਰਨਿੰਗ ਪੁਆਇੰਟ ਬਿਕਾਜ਼ ਉਹ ਪਰਫੋਰਮੈਂਸ ਤੋਂ ਬਾਅਦ ਆਈ ਵਾਜ਼ ਸਟਿਲ ਕੰਟੀਨਿਊਇੰਗ ਵਿਦ ਮਾਈ ਥੀਏਟਰ ਐਕਟੀਵਿਟੀਜ਼. 1 ਸਾਲ ਉੱਥੇ ਪਰਫੋਰਮ ਕੀਤਾ. ਦੂਸਰੇ ਸਾਲ ਮੈਂ ਆਪਣੀ ਯੂਨੀਵਰਸਿਟੀ ਦੇ ਵਿੱਚ ਜਜਮੈਂਟ ਪੈਨਲ ਦੇ ਵਿੱਚ ਬੈਠ ਕੇ ਬੱਚੇ ਸਿਲੈਕਟ ਕਰਦੀ ਪਈ ਸੀਗੀ ਯੂਥ ਫੈਸਟੀਵਲ ਵਾਸਤੇ. ਸੋ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਵੀ ਸੀਗੀ. ਐਂਡ ਉਸ ਤੋਂ ਬਾਅਦ ਮੂਵੀਜ਼ ਕਰਨ ਤੋਂ ਬਾਅਦ ਸੌਂਗਸ ਦੀ ਆਫਰਸ ਆਉਣੀਆਂ ਸ਼ੁਰੂ ਹੋ ਗਈਆਂ. ਸੋ ਜਿਵੇਂ ਸੌਂਗਸ ਦੀ ਆਫਰਸ ਆਈਆਂ ਮੇਰੀ ਲਾਈਫ ਚੱਲਦੀ ਗਈ. ਸੋ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ. ਐਂਡ ਅੱਜ ਵੀ ਮੇਰੇ ਘਰੇ IAS ਐਗਜ਼ਾਮਸ ਦੀਆਂ ਬੁੱਕਸ ਵਗੈਰਾ ਸਭ ਪਈਆਂ ਹੋਈਆਂ ਨੇ ਬਿਕਾਜ਼ ਕਰ ਹੀ ਨਹੀਂ ਪਾਈ, ਮੌਕਾ ਨਹੀਂ ਮਿਲਿਆ. ਹੁਣ ਜੋ ਕਰਦੀ ਪਈ ਹਾਂ ਉਹਦੇ ਵਿੱਚ ਦਿਲ ਵੀ ਬਹੁਤ ਲੱਗ ਗਿਆ ਐਂਡ ਕਿਤੇ ਨਾ ਕਿਤੇ ਖੁਸ਼ ਵੀ ਹਾਂ ਬਿਕਾਜ਼ ਹੁਣ ਇਹ ਡਰੀਮ ਸਿਰਫ ਮੇਰਾ ਨਹੀਂ ਹੈ, ਮੇਰੇ ਪੇਰੈਂਟਸ ਦਾ ਵੀ ਹੈ. ਬਹੁਤ ਕੁਝ ਸਿਖਾਉਂਦੀ ਹੈ ਇਹ ਫੀਲਡ. ਤੁਸੀਂ ਬਹੁਤ ਜਲਦੀ ਸਿਆਣੇ ਹੋ ਜਾਂਦੇ ਹੋ, ਸਮਝਦਾਰ ਹੋ ਜਾਂਦੇ ਹੋ. ਤੁਸੀਂ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਹੋ, ਉਹਨਾਂ ਦੇ ਨਾਲ ਬਹਿੰਦੇ ਖਲੋਂਦੇ ਹੋ ਐਂਡ ਤੁਹਾਨੂੰ ਕਿਤੇ ਨਾ ਕਿਤੇ ਜਿੱਥੇ ਤੁਸੀਂ ਕੰਮ ਕਰਨ ਜਾਂਦੇ ਹੋ ਤੁਹਾਡੇ ਕੋ-ਸਟਾਰ ਦਾ ਕਈ ਵਾਰੀ ਨੇਚਰ ਬਹੁਤ ਵੇਡ ਹੁੰਦਾ ਆ ਬਟ ਸਮਹਾਉ ਤੁਹਾਨੂੰ ਟੋਲਰੇਟ ਵੀ ਕਰਨਾ ਪੈਂਦਾ ਆ. ਐਂਡ ਅਗਰ ਤੁਹਾਡੇ ਕੋਈ ਗਰਜਿਸ ਹੈਗੇ ਨੇ ਕਿਸੇ ਵੀ ਆਰਟਿਸਟ ਦੇ ਨਾਲ ਤਾਂ ਤੁਸੀਂ ਕੈਮਰੇ ਦੇ ਸਾਹਮਣੇ ਸ਼ੋਅ ਨਹੀਂ ਕਰ ਸਕਦੇ. ਬਿਹਾਈਂਡ ਦਾ ਕੈਮਰਾ ਤੁਸੀਂ ਜਿਵੇਂ ਵੀ ਹੋ ਜਿੱਦਾਂ ਵੀ ਹੋ ਦੈਟਸ ਅਪ ਟੂ ਯੂ ਬਟ ਯੂ ਕਾਂਟ ਬ੍ਰਿੰਗ ਦੈਟ ਇਨ ਫਰੰਟ ਆਫ ਕੈਮਰਾ ਬਿਕਾਜ਼ ਤੁਹਾਡੇ ਕੰਮ ਦੇ ਉੱਪਰ ਬਹੁਤ ਫਰਕ ਪਾਊਗਾ. ਸੋ ਆਈ ਰਿਮੈਂਬਰ ਵਨ ਰੀਸੈਂਟ ਇਨਸੀਡੈਂਟ
आई एम अ गर्ल ਜਿਹਦੀ ਅਗਰ ਕਿਸੇ ਦੇ ਨਾਲ ਬਹੁਤ 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 ਵਧੀਆ ਬੌਂਡਿੰਗ ਹੈ ਨਾ, I can do anything for that person, whether she is my friend, whether she is my sister, whether he is my brother, whatever. So ਇੱਕ ਲੇਡੀ ਸੀਗੇ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਸੀਗੀ, ਐਂਡ ਕਿਸੇ ਦੇ ਨਾਲ ਬਦਤਮੀਜ਼ੀ ਨਾਲ ਗੱਲ ਕਿਵੇਂ ਕਰਨੀ ਹੈ ਸਿੱਖਣ ਦੇ ਲਈ ਅਗਰ ਕਿਸੇ ਨੇ ਕੋਰਸ ਕਰਨਾ ਹੋਵੇ ਤਾਂ ਉਹਨਾਂ ਕੋਲ ਜਾ ਸਕਦੇ ਨੇ। ਐਂਡ ਮੇਰੀ ਉਹਨਾਂ ਦੇ ਨਾਲ ਕੋਈ ਵੀ ਲੈਣੀ ਦੇਣੀ ਨਹੀਂ ਸੀਗੀ, ਬਟ ਸਮਹਾਓ ਉਹਨਾਂ ਨੇ, ਜਿਨ੍ਹਾਂ ਨੂੰ ਮੈਂ ਉਹ ਸੈੱਟ ਦੇ ਉੱਪਰ ਮਾਂ ਕਹਿੰਦੀ ਸੀਗੀ, ਉਹਨਾਂ ਨੇ ਇਸ ਤਰੀਕੇ ਦਾ ਟਾਰਚਰ ਕੀਤਾ ਸੀਗਾ ਕਿ ਮੇਰੀ ਉਹਨਾਂ ਦੇ ਨਾਲ ਥੋੜ੍ਹੀ ਜਿੰਨੀ ਨਾ ਤੂੰ ਮੈਂ ਹੋ ਗਈ। ਐਂਡ ਉਸ ਤੋਂ ਬਾਅਦ ਮੈਨੂੰ ਇੱਕ ਚੀਜ਼ ਸਮਝ ਆ ਗਈ ਸੀਗੀ ਕਿ ਇਹ ਫੀਲਡ ਦੇ ਵਿੱਚ ਹਰ ਕੋਈ ਬਹੁਤ ਮਤਲਬੀ ਆ। ਅਗਰ ਅਸੀਂ ਕਿਸੇ ਦੇ ਲਈ ਸਟੈਂਡ ਵੀ ਲੈਂਦੇ ਹਾਂ ਨਾ ਤੇ ਉਲਟਾ ਉਹ ਕੱਲ੍ਹ ਨੂੰ ਆਪਣੇ ਪੈਰ ਬੜੇ ਆਰਾਮ ਨਾਲ ਪਿੱਛੇ ਪਾ ਲੈਂਦਾ ਹੈ। ਸੋ ਜਸਟ ਫੋਕਸ ਔਨ ਯੋਰ ਵਰਕ, ਫੋਕਸ ਔਨ ਯੋਰ ਸੈਲਫ ਇੰਸਟੈਡ ਆਫ ਕਿ ਤੁਸੀਂ ਕਿਸੇ ਹੋਰ ਦੇ ਲਈ ਸਟੈਂਡ ਲੈਂਦੇ ਪਏ ਹੋ। ਬਿਕਾਜ਼ ਮੈਂ ਜਿਹਦੇ ਲਈ ਵੀ ਅੱਜ ਤੱਕ ਸਟੈਂਡ ਲਿੱਤਾ ਹੈ ਉਹ ਹਰ ਕਿਸੇ ਨੇ ਮੈਨੂੰ ਬੈਕ ਸਟੈਪ ਕੀਤਾ। ਸੋ ਸਭ ਤੋਂ ਵੱਡਾ ਲੈਸਨ ਆ ਮੇਰੇ ਲਈ ਇਹ, ਕਿਉਂਕਿ ਮੈਂ 4-5 ਸਾਲ ਦਾ ਰੈਗੂਲਰ ਇਹੋ ਜਿਹੀ ਚੀਜ਼ਾਂ ਫੇਸ ਕੀਤੀਆਂ ਨੇ ਕਿ ਮੈਂ ਜਿਹਦੇ ਲਈ ਸਟੈਂਡ ਲਿੱਤਾ ਹੈ ਉਹਨੇ ਮੈਨੂੰ ਬੈਕ ਸਟੈਪ ਕੀਤਾ। ਸੋ ਬਿਗੇਸਟ ਲੈਸਨ ਆਈ ਹੈਵ ਲਰਨਡ ਇਜ਼ ਜਸਟ ਫੋਕਸ ਔਨ ਯੋਰ ਵਰਕ, ਡੂ ਯੋਰ ਬੈਸਟ, that's it. In this field the most important thing is according to me it's ਮਿਹਨਤ। ਜਿੰਨੀ ਤੁਸੀਂ ਮਿਹਨਤ ਕਰੀ ਜਾਓਗੇ ਉਨੇ ਜ਼ਿਆਦਾ ਤੁਸੀਂ ਸਕਸੈਸਫੁਲ ਹੁੰਦੇ ਜਾਓਗੇ। ਐਂਡ ਨੈਵਰ ਲੂਜ਼ ਦ ਹੋਪ। ਅਗਰ ਤੁਸੀਂ ਹਿੰਮਤ ਛੱਡ ਦਿੰਦੇ ਹੋ ਤਾਂ ਆਈ ਥਿੰਕ ਕਿ ਤੁਸੀਂ ਉਸ ਚੀਜ਼ ਨੂੰ ਅਚੀਵ ਨਹੀਂ ਕਰ ਪਾਉਂਦੇ। ਸਮਟਾਈਮਸ ਅਸੀਂ ਕੁਝ ਐਸੇ ਫੇਲੀਅਰਸ ਵੀ ਦੇਖਦੇ ਹਾਂ ਜਿਸ ਤੋਂ ਬਾਅਦ ਸਾਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਮਤਲਬ ਮੋਟਿਵ ਹੀ ਨਹੀਂ ਹੈ, ਮੈਂ ਕਿਉਂ ਨਾ ਆਪਣੀ ਫੀਲਡ ਹੀ ਚੇਂਜ ਕਰ ਲਵਾਂ, ਮੈਂ ਕਿਉਂ ਇਹਦੇ ਵਿੱਚ ਖਪਦੀ ਪਈ ਹਾਂ, ਕਿਉਂਕਿ ਮੈਂ ਸਕਸੈਸਫੁਲ ਹੀ ਨਹੀਂ ਹੋ ਪਾ ਰਹੀ, ਮੈਨੂੰ ਉਸ ਦਾ ਕੋਈ ਆਊਟਪੁੱਟ ਹੀ ਨਹੀਂ ਮਿਲਦਾ ਪਿਆ ਵਧੀਆ ਤਰੀਕੇ ਦੇ ਨਾਲ। ਸੋ ਕਦੇ ਕਦੇ ਇੱਦਾਂ ਦੇ ਫੇਜ਼ ਆਉਂਦੇ ਨੇ ਕਿ ਜਿੱਥੇ ਤੁਸੀਂ ਸੋਚਦੇ ਹੋ ਕਿ ਲੈਟਸ ਜਸਟ ਗਿਵ ਅਪ ਯਾਰ, ਬਟ ਯੂ ਸ਼ੁੱਡ ਨਾਟ। ਆਈ ਐਮ ਵੈਰੀ ਟਾਕੇਟਿਵ ਇਨ ਫਰੰਟ ਆਫ ਦੋਜ਼ ਜਿਨ੍ਹਾਂ ਦੇ ਨਾਲ ਮੇਰੀ ਬੌਂਡਿੰਗ ਬਹੁਤ ਵਧੀਆ ਹੋਵੇ। ਐਂਡ ਸੈਕਿੰਡ ਵਨ ਇਜ਼ ਮੈਨੂੰ ਪੁੱਠੀਆਂ ਸਿੱਧੀਆਂ ਆਵਾਜ਼ਾਂ ਨਿਕਾਲ ਕੇ ਲੋਕਾਂ ਨੂੰ ਤੰਗ ਕਰਨਾ ਬਹੁਤ ਚੰਗਾ ਲੱਗਦਾ, ਮਿਮਿਕ ਕਰਨਾ ਬਹੁਤ ਚੰਗਾ ਲੱਗਦਾ। ਐਂਡ this is not funny thing which I am saying right now, but ਕਈਆਂ ਨੂੰ ਇਹ ਚੀਜ਼ ਫਨੀ ਵੀ ਲੱਗਦੀ ਹੈ, ਕਈਆਂ ਨੂੰ ਮੇਰੀ ਇਹ ਚੀਜ਼ ਇਰੀਟੇਟਿੰਗ ਵੀ ਲੱਗਦੀ ਹੈ ਕਿ ਮੈਂ ਬਹੁਤ ਸ਼ਾਪਿੰਗ ਕਰਦੀ ਹਾਂ। ਮੈਂ ਜਦੋਂ ਫ੍ਰੀ ਹੁੰਦੀ ਹਾਂ ਆਈ ਵੈਂਟ ਟੂ ਦ ਮਾਲ ਐਂਡ ਬ੍ਰਿੰਗ ਸਮ ਸਟੱਫ, ਐਂਡ ਜਿਹਦੇ ਕਰਕੇ ਮੈਨੂੰ ਘਰੋਂ ਵੀ ਬਹੁਤ ਝਿੜਕਾਂ ਪੈਂਦੀਆਂ ਨੇ, ਐਂਡ ਸਮਹਾਓ ਜਿਹੜੀਆਂ ਮੇਰੀ ਫਰੈਂਡਸ ਨੇ ਉਹ ਵੀ ਬਹੁਤ ਬੋਲਦੀਆਂ ਨੇ। ਉਸ ਤੋਂ ਇਲਾਵਾ ਫਨ ਫੈਕਟ ਆਈ ਥਿੰਕ ਇਹੀ ਹੈ ਕਿ ਮੈਂ ਬਹੁਤ ਜ਼ਿਆਦਾ ਬੋਲਦੀ ਹਾਂ, ਤੰਗ ਕਰਦੀ ਹਾਂ ਲੋਕਾਂ ਨੂੰ। ਮੈਨੂੰ ਉਹ ਕੰਮ ਕਰਨੇ ਪਸੰਦ ਨੇ ਜਿਹੜੇ ਸਭ ਤੋਂ ਔਖੇ ਹੁੰਦੇ ਨੇ, ਜਿਵੇਂ ਕਿ ਕਿਵੇਂ ਦੱਸਾਂ ਮੈਂ ਇੱਕ ਆਪਣਾ ਇੰਸੀਡੈਂਟ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ। ਆਈ ਵਾਜ਼ ਇਨ ਚੰਡੀਗੜ੍ਹ, ਐਂਡ ਚੰਡੀਗੜ੍ਹ ਆਈ ਥਿੰਕ ਰਾਤ ਦੇ ਹੋਣੇ 3-4 ਵਜੇ ਦਾ ਟਾਈਮ ਹੋਣਾ ਵਾ, ਅਤੇ ਇੱਕ ਬੰਦਾ ਸੀਗਾ ਉਹ ਆਪਣੀ ਇੱਕ ਰੱਥ ਹੁੰਦਾ ਨਾ ਹਾਰਸ ਵਾਲਾ ਰੱਥ, ਉਹ ਲੈ ਕੇ ਜਾਂਦਾ ਪਿਆ ਸੀਗਾ। ਐਂਡ ਆਈ ਜਸਟ ਸੌ ਦੈਟ, ਤਾਂ ਆਈ ਵਾਜ਼ ਵਿਦ ਮਾਈ ਫਰੈਂਡਸ ਐਂਡ ਆਈ ਵਾਜ਼ ਲਾਈਕ ਲੈਟਸ ਸਟਾਪ ਗਾਈਜ਼, ਐਂਡ ਉੱਥੇ ਆਪਾਂ ਜਾ ਕੇ ਅਤੇ ਥੋੜ੍ਹਾ ਜਿਹਾ ਮਸਤੀ ਕਰਦੇ। ਐਂਡ ਆਈ ਰਿਮੈਂਬਰ ਉਹ ਕਰੋਨਾ ਤੋਂ ਪਹਿਲਾਂ ਦਾ ਟਾਈਮ ਸੀਗਾ, ਐਂਡ ਅਸੀਂ ਉਹ ਰੱਥ ਦੇ ਉੱਪਰ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਉਹ ਗੇੜੀ ਲਗਾਈ ਹੈ ਨਾ, ਮਤਲਬ ਦੈਟ ਵਾਜ਼ ਦ ਬੈਸਟ ਐਕਸਪੀਰੀਅੰਸ। ਮਤਲਬ ਮੈਂ ਇੱਦਾਂ ਦੀਆਂ ਹਰਕਤਾਂ ਕਰਕੇ ਬਹੁਤ ਖੁਸ਼ ਹੁੰਦੀ ਹਾਂ। ਐਨ IAS officer, undoubtedly। ਅਗਰ ਲੱਕ ਇੰਨਾ ਜ਼ਿਆਦਾ ਤੇਜ਼ ਹੁੰਦਾ ਤਾਂ ਸ਼ਾਇਦ ਅੱਜ ਮੈਂ ਉਸ ਲੈਵਲ ਦੇ ਉੱਪਰ ਹੁੰਦੀ ਜਿਸ ਲੈਵਲ ਉੱਪਰ ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦੀ ਹਾਂ। ਬਟ ਆਈ ਬਿਲੀਵ ਇਨ ਹਾਰਡ ਵਰਕ, ਬਿਕਾਜ਼ ਹਾਰਡ ਵਰਕ ਦੇ ਨਾਲ ਹੀ ਤੁਹਾਡੀ ਕਿਸਮਤ ਮੈਟਰ ਕਰਦੀ ਹੈ। ਤੁਸੀਂ ਇਕੱਲੀ ਕਿਸਮਤ ਦੇ ਨਾਲ ਕੁਛ ਨਹੀਂ ਕਰ ਸਕਦੇ। ਦੇਰ ਆਰ ਓਨਲੀ ਫਿਊ ਕੇਸਿਸ ਜਿਹਦੇ 'ਚ ਅਸੀਂ ਕਹਿੰਦੇ ਹਾਂ ਕਿ ਬੰਦੇ ਦੀ ਕਿਸਮਤ ਚੰਗੀ ਸੀਗੀ, ਬਟ ਕੋਈ ਪਿੱਛੇ ਦਾ ਸਟਰਗਲ ਨਹੀਂ ਦੇਖਦਾ। ਅੱਜ ਦੀ ਤਰੀਕ ਦੇ ਵਿੱਚ ਮੈਨੂੰ ਵੀ ਬਹੁਤ ਆਰਾਮ ਨਾਲ ਕਹਿ ਦਿੱਤਾ ਜਾਂਦਾ ਹੈ ਕਿ ਹਾਂ ਵੀ ਚੰਗੀ ਭਲੀ ਹੈ, ਸਕਸੈਸਫੁਲ ਹੈ, ਕੁਛ ਨਹੀਂ, ਬਥੇਰਾ ਪੈਸਾ ਕਮਾਉਂਦੀ, ਬਟ ਇਟਸ ਨਾਟ ਲਾਈਕ ਦੈਟ। ਸਾਡਾ ਸਟਰਗਲ ਕੋਈ ਨਹੀਂ ਦੇਖਦਾ। ਅਸੀਂ ਦਿਨ ਰਾਤ ਜਾ ਕੇ ਕਿਵੇਂ ਕੰਮ ਕਰਦੇ ਹਾਂ, ਕਿਵੇਂ ਨਹੀਂ ਕਰਦੇ, 2-2 3-3 ਘੰਟੇ ਸੌਣ ਨੂੰ ਮਿਲਦੇ ਨੇ ਅਗਰ ਕੋਈ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਹਾਂ, ਉਹ ਚੀਜ਼ ਕਿਸੇ ਨੂੰ ਨਹੀਂ ਦਿਖਦੀ। ਸੋ ਇਟਸ ਦ ਓਨਲੀ ਹਾਰਡ ਵਰਕ ਦੈਟ ਮੇਕ ਯੂ ਫੀਲ so blessed. Not to give up even after facing so much failures, because this is not my dream, this is my parents' dream also. So I'm doing my best to make my parents feel proud. I only want to lose weight right now. Matlab no doubt I had reduced around 15 to 18 kgs, but I want to reduce more and I am reducing. That's it.
मैं यूजुअली किसी ਨੂੰ ਐਡਮਾਇਰ नहीं करती। हाँ, आई लाइक दिलजीत दोसांझ सर, वो मेरा बचपन का प्यार है। जब मैं छोटी भी सीगी, आई यूज टू कट हिज पिक्स फ्रॉम द न्यूज़पेपर्स या मैगजीन्स ਦੇ ਵਿੱਚ ਅਗਰ ਉਹਨਾਂ ਦੇ ਕੋਈ ਆਰਟੀਕਲ ਆ ਰਹੇ ਨੇ, ਮੈਂ ਉਹ ਕੱਟ ਕੇ ਇੱਕ ਸਕ੍ਰੈਪ ਬੁੱਕ ਬਣਾਈ ਹੋਈ ਹੈ ਜਿਹਦੇ 'ਚ ਉਹਨਾਂ ਦੀ ਹਰ ਫੋਟੋ, ਹਰ ਇੰਟਰਵਿਊ ਸਭ ਕੁਛ ਹੈ। आई लाइक हिम, आई लव हिज वर्क, बट मैं किसी तो मतलब इन्नी ज़्यादा इंस्पायर्ड नहीं हाँ। मैनू इंज लगता है कि मेरी स्ट्रेंथ एंड मेरी इंस्पिरेशन सिर्फ मेरे पेरेंट्स ने, बिकॉज दे वॉन्ट टू सी मी हैप्पी एंड आई एम हैप्पी डूइंग द वर्क इन दिस फील्ड। I usually wear denims with my loose tees, that's it, or one piece if I have nothing to wear, like कोई ऑप्शन नहीं है तो वन पीस जाएगा या फिर डेनिम्स ਦੇ ਨਾਲ tees खुले खुलियाँ। To sleep a lot till 2 PM, then ਉਸ ਤੋਂ ਬਾਅਦ ਉੱਠ ਕੇ ਫਿਰ ਰਾਤ ਨੂੰ ਕਿਤੇ ਬਾਹਰ ਡਿਨਰ ਡੇਟ ਤੇ ਚਲੇ ਜਾਓ with my parents or with my friends, that's it. This is the best Sunday I can ever celebrate. Usually Sunday ਮਿਲਦਾ ਨਹੀਂ ਹੈ ਫ੍ਰੀ ਸਾਨੂੰ, ਵੀਕਐਂਡਸ ਫ੍ਰੀ ਨਹੀਂ ਮਿਲਦੇ, ਵੀਕਡੇਜ਼ ਫ੍ਰੀ ਮਿਲ ਜਾਂਦੇ ਨੇ। ਸੋ ਉਦੋਂ ਤਾਂ ਸਿਰਫ ਤੇ ਸਿਰਫ ਮੈਨੂੰ ਸੋਣਾ ਪਸੰਦ ਹੈ, ਮੈਨੂੰ ਸਿਰਫ ਇਹ ਹੁੰਦਾ ਹੈ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ। ਬਟ ਹਾਂ, ਅਗਰ ਸੰਡੇ ਕੋਈ ਫ੍ਰੀ ਮਿਲ ਜਾਂਦਾ ਹੈ ਤਾਂ ਫਿਰ ਮੈਂ ਨਾਈਟ ਦੇ ਵਿੱਚ ਘੁੰਮਣਾ ਫਿਰਨਾ ਪਸੰਦ ਕਰਦੀ ਹਾਂ, ਸੁਬਾਹ ਸੋਣਾ ਪਸੰਦ ਕਰਦੀ ਹਾਂ। ਮੋਬਾਈਲ ਫੋਨ, ਇੰਟਰਨੈਟ and my wardrobe। ਜਿਹੜੇ ਲੋਕ ਬਹੁਤ ਗੰਦਗੀ ਪਾ ਕੇ ਰੱਖਦੇ ਨੇ ਨਾ, ਮੈਨੂੰ ਉਹ ਬਹੁਤ ਇਰੀਟੇਟਿੰਗ ਲੱਗਦੇ ਨੇ, ਬਹੁਤ ਅਨੋਇੰਗ ਲੱਗਦੇ ਨੇ ਜਿਹੜੀ ਸਾਫ਼ ਸਫਾਈ ਨਹੀਂ ਰੱਖਦੇ। ਸੋ ਆਈ ਐਮ ਵੈਰੀ ਮਤਲਬ ਉਸ ਤਰ੍ਹਾਂ ਦੀ ਲੜਕੀਆਂ ਜਿਹਨੂੰ ਬਹੁਤ ਸਾਫ਼ ਸਫਾਈ ਪਸੰਦ ਹੈ। ਇੱਕੋ ਆਦਤ ਹੈ ਜਿਹੜੀ ਮੈਨੂੰ ਬਹੁਤ ਜ਼ਿਆਦਾ ਇਰੀਟੇਟ ਕਰਦੀ ਹੈ। ਆਈ ਪ੍ਰੈਫਰ ਹੀਲਸ, my watch. So I have many upcoming projects. I'm doing one movie, Allad Varees, starring Arman Bedil, and except this, my movie Jattu Nikhattu, in which I had done debut. Along with this, one web series with Bitara for Chapal, one web series with Single Track Studio ਜਿਹੜੀ ਚੌਪਾਲ ਦੇ ਨਾਲ ਕਰ ਰਹੀ ਹਾਂ, ਉਸ ਦਾ ਨਾਮ ਹੈ ਸ਼ਾਹੀ ਮਾਜਰਾ, ਕੰਪਲੀਟ ਹੋ ਚੁੱਕੀ ਹੈ ਐਂਡ ਐਡੀਟਿੰਗ ਟੇਬਲ ਦੇ ਉੱਪਰ ਉਹਦੀ ਐਡੀਟਿੰਗ ਚੱਲ ਰਹੀ ਹੈ। ਜਿਹੜੀ ਚੰਡੀਗੜ੍ਹ ਗਰਲਸ ਹੈਗੀ ਹੈ ਉਹ ਸਿੰਗਲ ਟਰੈਕ ਦੇ ਨਾਲ ਕੀਤੀ ਹੈ, ਉਹਦੀ ਵੀ ਐਡੀਟਿੰਗ ਚੱਲਦੀ ਪਈ ਹੈ ਐਂਡ ਮੋਸਟ ਪ੍ਰੋਬੇਬਲੀ ਅਸੀਂ 1-2 ਮਹੀਨੇ ਤੱਕ ਉਹ ਵੀ ਰਿਲੀਜ਼ ਮਤਲਬ ਕਰ ਦੇਵਾਂਗੇ। ਇਸ ਦੇ ਨਾਲ ਨਾਲ ਜੱਟੂ ਨਿਖੱਟੂ ਮੂਵੀ ਹੈ। ਇਟਸ ਬੇਸਡ ਔਨ ਅ ਲਾਈਫ ਆਫ I don't know the name of that particular person, ਮੇਰੇ ਦਿਮਾਗ ਚੋਂ ਨਿਕਲ ਗਿਆ, ਬਟ ਇਟਸ ਅ ਬਾਇਓਪਿਕ। ਐਂਡ ਉਸ ਦੇ ਨਾਲ ਮੇਰੇ ਕੁਝ ਸੌਂਗਸ ਨੇ, ਜਿਵੇਂ ਕਿ ਮਨਜੀਤ ਸਹੋਤਾ ਸਰ ਦੇ ਨਾਲ, ਕਲੇਰ ਕੰਠ ਜੀ ਦੇ ਨਾਲ, 2-3 ਸਿੰਗਰਸ ਫੋਰਨ ਦੇ ਨੇ ਉਹਨਾਂ ਦੇ ਨਾਲ। ਸੋ ਨੀਅਰ ਅਬਾਊਟ 7-8 ਸੌਂਗ ਮੇਰੇ ਰਿਲੀਜ਼ ਹੋਣ ਵਾਲੇ ਨੇ। ਇਸ ਦੇ ਨਾਲ ਮੇਰੀਆਂ ਪੰਜਾਬੀ ਮੂਵੀਜ਼ ਰਿਲੀਜ਼ ਹੋਣ ਵਾਲੀਆਂ ਨੇ ਅਤੇ ਨਾਲ ਹੀ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀਆਂ ਨੇ। You can follow me on Instagram. My Instagram ID is I am Divjot Kaur. So guys, go and follow me.